ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ 14। ਸੁਣੀਏ ਈਸਰ ਵਰਮਾ ਇੰਦ, ਸੁਣੀਏ ਮੁਖ ਸਲਾਹਣਮੰਦ। ਸੁਣੀਏ ਜੋ ਜੁਗਤ ਤਨ ਭੇਦ, ਸੁਣੀਏ ਸਾਸਤ ਸਿਮਰਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਕੀ ਸਮਝਾਉਂਦੇ ਆ ਸਤਿਗੁਰ? ਪਿੱਛੇ ਵੀ ਆਪਾਂ ਵਿਚਾਰ ਕੀਤੀ ਸੀਗੀ। ਸੁਣੀਏ ਸਿੱਧ ਪੀਰ ਸੁਰਨਾਥ, ਉਹਨਾਂ ਦੇ ਖਿਆਲ ਸੀ ਜੋ ਉਹਨਾਂ ਨੇ ਸੁਣੇ। ਆਪਾਂ ਹਰ ਇੱਕ ਸਲੋਕ ਦੇ ਵਿੱਚ ਜਾਂ ਅਸ਼ਟਪਦੀ ਹੋਵੇ, ਪੌੜੀ ਹੋਵੇ, ਆਪਾਂ ਦੋ ਹੀ ਪੱਖ ਵਿਚਾਰਦੇ ਆਉਂਦੇ ਹਾਂ। ਪਿੱਛੇ ਤੋਂ ਪ੍ਰਚਲਿਤ ਮੱਤਾਂ ਜੋ ਵੀ ਸੰਸਾਰ 'ਚ ਚੱਲਦੀਆਂ ਆਈਆਂ, ਵੱਡੇ ਧਰਮ ਆਪਦੇ ਆਪ ਨੂੰ ਮੰਨਦੇ ਸੀ, ਉਹਨਾਂ ਦੇ ਜਿਹੜੇ ਖਿਆਲ ਸੀਗੇ ਉਹਨਾਂ ਦੇ ਗ੍ਰੰਥ ਬਣ ਗਏ। ਉਹ ਆਪਾਂ ਕਰਕੇ ਆ ਚੁੱਕੇ ਹਾਂ ਪਿੱਛੋਂ। ਜੀ ਪੌੜੀਆਂ ਚੜ੍ਹਦਾ ਆ ਰਿਹਾ। ਜੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਗਿਆ, ਉਹਦੇ ਚਰਨਾਂ 'ਚ ਪਹੁੰਚ ਗਿਆ, ਇਹ ਤੋਂ ਵੱਡਾ ਕੋਈ ਭਾਗਾਂ ਵਾਲਾ ਨਹੀਂ। ਜੇ ਵਿਚਾਰਧਾਰਾ ਨਾਲ ਜੁੜ ਗਿਆ ਫਿਰ ਉਹ ਪਾਰ ਨਿਕਲ ਜਾਊਗਾ। ਇਹ ਵਿਚਾਰਧਾਰਾ ਸਾਨੂੰ ਕੀ ਪ੍ਰਾਪਤ ਹੋਣਾ ਭਾਈ? ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਗੁਰ ਸ਼ਬਦ ਦਾ ਗਿਆਨ ਸਾਨੂੰ ਮਾਇਆ ਪਾਰ ਕਰਾ ਦਿੰਦਾ ਹੈ। ਆਤਮਾ ਦਾ ਪ੍ਰੀਤਮ ਤਾਂ ਫਿਰ ਮਾਇਆ ਤੋਂ ਪਾਰ ਹੈ ਭਾਈ। ਸਤਿਗੁਰਾਂ ਨੇ ਸਾਰੇ ਧਰਮਾਂ ਨੂੰ ਸਮਝਾਇਆ। ਉਸ ਟਾਈਮਾਂ ਦੇ ਵਿੱਚ ਜਿਹੜੇ ਪ੍ਰਚਲਿਤ ਵੱਡੇ ਧਰਮ ਆਪਦੇ ਆਪ ਨੂੰ ਮੰਨਦੇ ਸੀ, ਆਪਾਂ ਪਿੱਛੇ ਵਿਚਾਰ ਕੀਤੀ, ਧਰਮ ਤਾਂ ਸਾਰਿਆਂ ਦਾ ਇੱਕ ਹੈ। ਇਹ ਮਜ਼ਹਬ ਹੁੰਦੇ ਆ, ਅਸੀਂ ਫਿਰਕਿਆਂ ਨਾਲ ਜੁੜ ਜਾਂਦੇ ਹਾਂ, ਫਿਰਕਿਆਂ 'ਚ ਵਿਰੋਧ ਰਹਿੰਦਾ ਵਾ। ਧਰਮ ਸਾਰਿਆਂ ਦਾ ਇੱਕ ਹੈ। ਸਰਬ ਧਰਮ ਮੇ ਸ੍ਰੇਸ਼ਟ ਧਰਮ ਹਰ ਕੋ ਨਾਮ, ਜਪ ਨਿਰਮਲ ਕਰਮ। ਫਿਰ ਨਿਰਮਲ ਕਰਮ ਤੋਂ ਗਾਹਾਂ ਅਸੀਂ ਪਵਿੱਤਰ ਵਾਲੀ ਅਵਸਥਾ ਜਾਂਦੇ ਹਾਂ, ਜਦੋਂ ਹਰ ਕਥਾ ਨਾਲ ਜੁੜਦੇ ਹਾਂ, ਸਮਝਦੇ ਹਾਂ, ਵਿਚਾਰਦੇ ਹਾਂ। ਬਾਣੀ ਹਰ ਕਥਾ ਹੈ ਭਾਈ। ਸਭ ਤੋਂ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਜਿਹੜੇ ਇਹਨੂੰ ਨਾਮ ਦੀ ਪ੍ਰਾਪਤੀ ਖਾਤਰ ਵਿਚਾਰਦੇ ਸੁਣਦੇ ਰਹਿਣਗੇ, ਸੰਸਾਰੀ ਦੁੱਖ ਤਾਂ ਪਤਾ ਹੀ ਨਹੀਂ ਲੱਗਦਾ ਹੈ। ਰਹਿ ਰਸ ਆਪਾਂ ਪੜ੍ਹਦੇ ਹਾਂ ਰੋਜ਼। ਸੁਣੀਏ ਦੁੱਖ ਪਾਪ ਕਾ ਨਾਸ਼ ਦਾ ਭਾਵ ਇਹੀ ਹੈ। ਰਹਿ ਰਸ ਵੀ ਆਪਾਂ ਪੜ੍ਹਦੇ ਹਾਂ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਐ ਦੁੱਖ। ਨਾਮ ਦੀ ਭੁੱਖ ਦੇ ਵਿੱਚ ਸੰਸਾਰੀ ਦੁੱਖਾਂ ਦਾ ਪਤਾ ਹੀ ਨਹੀਂ ਲੱਗਦਾ। ਇੱਥੇ ਸਤਿਗੁਰ ਸਮਝਾਉਂਦੇ ਨੇ ਉਹ ਪਿਛਲੇ ਧਰਮਾਂ ਬਾਰੇ ਆਪਾਂ ਨੂੰ। ਈਸ਼ਰ ਤੋਂ ਭਾਵ ਸ਼ਿਵ ਪੰਥੀ, ਸ਼ਿਵ ਜੀ ਉਹਨਾਂ ਦੇ ਪੰਥੀ। ਉਹਨਾਂ 'ਚ ਫਿਰ ਗਾਂਹ ਕਿੰਨੇ ਫਿਰਕੇ ਬਣ ਗਏ। ਬ੍ਰਹਮਾ ਪੰਡਤ, ਵੇਦਾਂ ਨੂੰ ਛੱਡ ਕੇ ਉਹਨਾਂ ਨੇ ਪਿੱਛੇ ਆਪਾਂ ਨੂੰ ਭਗਤ ਕਬੀਰ ਜੀ ਨੇ ਸਮਝਾਇਆ, ਪੰਡਤ ਪਾੜੀ ਬਾਟ। ਜਿਵੇਂ ਅਸੀਂ ਵੀ ਗ੍ਰੰਥ ਸਾਹਿਬ ਨੂੰ ਛੱਡ ਕੇ ਗੁਰੂ ਘਰਾਂ ਨੂੰ ਬਾਹਰ ਭਟਕਦੇ ਹਾਂ, ਇਵੇਂ ਉਹ ਭਟਕ ਗਏ ਸੀਗੇ। ਇਹ ਕਿਰਪਾ ਰਹਿਮਤ ਲੈਣੀ ਆ ਆਪਾਂ, ਇਹਨੂੰ ਸਮਝਣਾ ਵਾ। ਸਮਝਣਾ ਤਾਂ ਜਪ ਹੈ, ਫਿਰ ਹੀ ਸਾਨੂੰ ਸਾਰੀ ਖੇਲ ਪਤਾ ਲੱਗੂ। ਬ੍ਰਹਮਾ ਭਾਵ ਪੰਡਤ, ਇੰਦ ਰਾਜੇ, ਵਿਸ਼ਨੂੰ, ਇਹ ਪ੍ਰਚਲਿਤ ਮੱਤਾਂ। ਉਦੋਂ ਰਾਜਿਆਂ ਦਾ ਕੀ ਹੈ? ਰਾਜਿਆਂ ਨੇ ਰਾਜ ਕਿਵੇਂ ਕਰਨਾ ਹੈ, ਧਰਮ ਦੇ ਲੋਕਾਂ ਨੇ ਕਿਵੇਂ ਜਿਹੜੇ ਖਿਆਲ ਪੈਦਾ ਕੀਤੇ ਉਹਦੇ ਨਾਲ ਕਿਵੇਂ ਜੋੜਨਾ। ਯੋਗੀ ਜਿਹੜੇ ਸੀਗੇ ਉਹ ਸੰਸਾਰ 'ਚੋਂ ਤਿਆਗ ਕਰੀ ਬੈਠੇ ਸੀਗੇ। ਉਹ ਖੋਜ ਸੀਗੇ, ਪਰ ਆਪਦੀ ਮੱਤ ਨਾਲ ਲੱਭਣਾ ਚਾਹੁੰਦੇ ਸੀ ਕੁਦਰਤ ਨੂੰ। ਸੰਸਾਰੀ ਸੁੱਖ ਉਹਨਾਂ ਨੇ ਤਿਆਗਤੇ ਸੀਗੇ। ਆਪਾਂ ਨੂੰ ਕਿੱਥੋਂ ਪਤਾ ਲੱਗਦਾ? ਸਤਿਗੁਰਾਂ ਦੀ ਕਿਰਪਾ ਰਹਿਮਤ ਨਾਲ, ਗੁਰ ਉਪਦੇਸ਼ ਰਾਹੀਂ ਆਪਾਂ ਨੂੰ ਪਤਾ ਲੱਗਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਸੁਣੀਏ ਈਸ਼ਰ ਵਰਮਾ ਇੰਦ। ਜੋ ਉਹਨਾਂ ਨੇ ਖਿਆਲ ਪ੍ਰਗਟ ਕੀਤੇ, ਜੋ ਅਸੀਂ ਸੁਣਿਆ, ਤੁਹਾਨੂੰ ਦੱਸਤਾ ਭਾਈ। ਇਹਦੇ ਵਿੱਚ ਉਹਨਾਂ ਕੋਲੇ ਕੀ ਹੈ, ਉਹ ਸਮਝਣਾ ਤਾਂ ਅਸੀਂ ਹੈ ਭਾਈ। ਪ੍ਰਾਪਤੀ ਤਾਂ ਅਸੀਂ ਕਰਨੀ ਆ। ਸਕੂਲ ਤਾਂ ਬਣੇ ਹੋਏ ਨੇ, ਕਾਲਜ ਬਣੇ ਹੋਏ ਨੇ ਜੀ। ਹੁਣ ਬੱਚਾ ਪੜ੍ਹੂਗਾ ਫਿਰ ਹੀ ਸਮਝ ਆਊ। ਇਵੇਂ ਗੁਰੂ ਘਰ ਜਾ ਕੇ ਵੀ ਆਪਾਂ ਸਿੱਖੀ ਪ੍ਰਾਪਤ ਕਰਨੀ ਹੈ। ਇਹ ਸਿੱਖੀ ਦਾ ਘਰ ਹੈ। ਸਿੱਖੀ ਦਾ ਘਰ ਤੋਂ ਭਾਵ ਮੁਕਤੀ ਦਾ ਘਰ, ਦੁੱਖਾਂ ਤੋਂ ਛੁਟਕਾਰਾ। ਪਰ ਅਸੀਂ ਮੰਗਦੇ ਕੀ ਹਾਂ? ਦੁੱਖ। ਸਾਨੂੰ ਗਿਆਨ ਨਹੀਂ ਹੈਗਾ। ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੁੱਖ ਮੰਗਦੇ ਹਾਂ ਭਾਈ ਅਸੀਂ, ਸਾਡੀ ਮਤ ਨਾਲ ਦੁੱਖ ਹੀ ਮੰਗਦੇ ਹਾਂ। ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਮਨ ਕੀ ਭੁੱਖ ਤਾਂ ਨਾਮ ਹੈ। ਫਿਰ ਭਾਈ ਆਤਮਾ ਆਪਦੇ ਮੂਲ ਨੂੰ ਵਿਛੜ ਗਈ ਹੈ। ਖੁਆਰੀ ਹੈ ਇਹਦੀ, ਉਹ ਖੁਆਰੀ ਹੁਣ ਖਤਮ ਹੋਣੀ ਹੈ। ਖੁਆਰ ਹੋਏ ਸੋ ਮਿਲਣਗੇ। ਜਿਹੜੇ ਸਮਝ ਲੈਣਗੇ ਬੱਚੇ ਸਰਨ, ਜਿਹੜੇ ਸਰਨ ਚਲੇ ਜਾਣਗੇ ਉਹ ਬਚ ਜਾਣਗੇ। ਨਹੀਂ ਫਿਰ ਆਪਾਂ ਜੰਮਣ ਮਰਨ ਚਲੇ ਜਾਵਾਂਗੇ।
ਇਹਨੂੰ ਸਮਝਣਾ ਜਿਹੜਾ ਉਹਨੂੰ ਜਪ ਕਿਹਾ ਹੈ ਬਾਣੀ ਵਿੱਚ। ਇਹ ਸੰਸਾਰ ਤੋਂ ਵੱਖਰਾ ਧਰਮ ਹੈ। ਆਪਾਂ ਕੰਮਕਾਰ ਕਰਦੇ ਵੀ ਇਹਨੂੰ ਕਰ ਸਕਦੇ ਹਾਂ। ਹੱਥ ਤੋਂ ਕੰਮ ਕਰ ਸਭ ਜੀਤ ਨਿਰੰਜਨ ਨਾਲ। ਧਿਆਨ ਦਾ ਵਿਸ਼ਾ ਹੈ। ਧਿਆਨ ਕਿਵੇਂ ਇਕੱਠਾ ਹੋਊ ਕਿ ਅੰਦਰ ਆਪਣਾ ਗਿਆਨ ਨਾਲ। ਗਿਆਨ ਕਿੱਥੋਂ ਹੋਊ? ਗੁਰ ਸ਼ਬਦ 'ਚੋਂ। ਸਤਿਗੁਰਾਂ ਨੇ ਉਹਨਾਂ ਦੇ ਖਿਆਲ ਬਾਰੇ ਸਮਝਾਇਆ ਜੋ ਪ੍ਰਚਲਿਤ ਮੱਤਾਂ ਚੱਲਦੀਆਂ ਸੀਗੀਆਂ। ਪਿੱਛੇ ਵੀ ਆਪਾਂ ਵਿਚਾਰੇ ਧਰਤੀ ਬੋਲ 'ਤੇ ਖੜੀ ਹੈ। ਮੰਨ ਲੈਂਦੇ ਸੀ ਲੋਕ, ਉਦੋਂ ਗਿਆਨ ਨਹੀਂ ਸੀਗਾ। ਹੁਣ ਗਿਆਨ ਦਾ ਯੁੱਗ ਹੈ। ਪੜ੍ਹੇ ਲਿਖੇ ਬੱਚੇ ਨੇ, ਸਮਝਦੇ ਨੇ। ਜਿਹੜੇ ਸਮਝ ਲੈਣਗੇ ਆਪਦੇ ਘਰ ਚਲੇ ਜਾਣਗੇ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰਜਾਮੀ। ਲੋਕ ਵੀ ਉਹਦਾ, ਪਰਲੋਕ ਵੀ ਉਹਦਾ। ਕੁਦਰਤ ਨੇ ਬਣਾਇਆ ਸਾਰਾ ਕੁਛ। ਉਹ ਮਾਲਕ ਹੈ। ਆਵਣ ਜਾਵਣੇ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਅਸੀਂ ਤਿਲ ਜਿੰਨੀ ਵੀ ਚੀਜ਼ ਆਪਦੀ ਮਰਜ਼ੀ ਨਾਲ ਨਹੀਂ ਲੈ ਸਕਦੇ, ਪਰ ਸਾਨੂੰ ਗਿਆਨ ਨਹੀਂ, ਤਾਂ ਅਸੀਂ ਜਦੋਂ ਜਹਿ 'ਚ ਲੱਗੇ ਰਹਿੰਦੇ ਹਾਂ। ਜਿਸ ਧਨ ਕੋ ਚਾਰ ਕੋ ਟੁੱਟਤਾ ਆਵੇ, ਸੋ ਧਨ ਹਰ ਸੇਵਾ ਤੇ ਪਾਵੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸੁਣੀਏ ਜੋਗ ਜੁਗ ਧਨ ਭੇਦ। ਯੋਗੀ ਈਸ਼ਰ ਭਾਵ ਸੇ ਪੰਥੀ, ਉਹ ਜੋਗ ਖਾਤਰ ਘਰ ਬਾਰ ਛੱਡਿਆ ਜਿਨ੍ਹਾਂ ਨੇ। ਸਮਝ ਨਹੀਂ ਸੀ, ਗਿਆਨ ਨਹੀਂ ਸੀਗਾ। ਭਗਤੀਆਂ 'ਚੋਂ ਕੀ ਹੰਕਾਰ ਪੈਦਾ ਹੋ ਗਿਆ। ਯੋਗ ਕਿਹਦੇ ਨਾਲ ਹੋਣਾ ਸੀ? ਆਤਮਾ ਦਾ ਪ੍ਰਾਤਮਾ ਨਾਲ ਯੋਗ ਹੋਣਾ, ਮਿਲਾਪ ਹੋਣਾ। ਯੋਗੀ ਕਹੀਏ ਸੋਈ। ਗਿਆਨ ਨਾਲ ਯੋਗ ਹੋਣਾ ਹੈ। ਜਿਨ੍ਹਾਂ ਨੇ ਬਾਣੀ ਨੂੰ ਸਮਝਿਆ, ਵਿਚਾਰਧਾਰਾ ਨਾਲ ਜੋੜੇ, ਬਾਣੀ ਨੂੰ ਸੱਤ ਕਰਕੇ ਮੰਨਿਆ, ਉਹਨਾਂ ਨੂੰ ਭੇਦ ਇਹ ਆਇਆ। ਸੁਣੀਏ ਜੋਗ ਜੁਗਤਨ ਭੇਦ, ਸੁਣੀਏ ਸਾਸ ਸਿਮਰਤ ਵੇਦ। ਆਪਾਂ ਆਨੰਦ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਸਿਮਰ ਸ਼ਾਸਤਰਾਂ ਦਾ ਗਿਆਨ। ਉਹਦੇ ਵਿੱਚ ਵੀ ਇਹ ਵਿਚਾਰ ਹੈ, ਵੇਦਾਂ 'ਚ ਵੀ ਕੋਈ ਵੀ ਹੋਵੇ ਸੰਸਾਰ ਦੇ ਵਿੱਚ ਜਿਹਨੂੰ ਇਹ ਰੱਬੀ ਬਾਣੀ ਸੁਣ ਜਾਵੇ। ਆਕਾਸ਼ ਬਾਣੀ ਤਾਂ ਹੈ, ਪਰ ਇਹ ਬਾਹਰੋਂ ਨਹੀਂ ਸੁਣੀ ਜਾਂਦੀ, ਅੰਦਰੋਂ ਜਾ ਕੇ ਸੁਣੀ ਜਾਂਦੀ ਹੈ। ਮਨ ਮਹਿ ਆਪ, ਅੰਦਰੋਂ ਜਾ ਕੇ ਸੁਣਨੀ। ਆਪਾਂ ਸੁਖਣੀ ਸਭ ਸਤਿਗੁਰਾਂ ਦੇ ਵਚਨ ਲੈ ਲਈ, ਆਪਾਂ ਨੂੰ ਹੋਰ ਥੋੜ੍ਹਾ ਸਿਖਾਲਾ ਹੋ ਜੂ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਉਹ ਜਿਹੜਾ ਪ੍ਰਭ ਦਾ ਨਾਮ ਖਜ਼ਾਨਾ ਸਾਡੇ ਅੰਦਰ ਹੈ। ਦੇਹੀ ਮੇਂ ਇਸਕਾ ਬਸਰਾਮ। ਉੱਥੇ ਪਹੁੰਚਣਾ ਆਪਾਂ ਦੇਵਲੋਕ ਅੰਦਰ, ਧਿਆਨ ਦੀ ਦੁਨੀਆ 'ਚ। ਸੁੰਨ ਸਮਾਜ, ਜਦੋਂ ਮਨ ਸੁੰਨ ਹੋ ਜਾਂਦਾ ਹੈ, ਗਿਆਨ ਤੋਂ ਬਾਅਦ ਮਨ ਨੂੰ ਮੁਕਤੀ ਮਿਲ ਜਾਂਦੀ ਹੈ, ਮਾਇਆ ਤੋਂ ਸੰਤੋਖ ਆ ਜਾਂਦਾ ਹੈ। ਫਿਰ ਉਹ ਤੁਰਕੀ ਬਾਣੀ, ਉਹ ਰੱਬੀ ਬਾਣੀ ਸੁਣੀ ਜਾਂਦੀ ਹੈ। ਸੁੰਨ ਸਮਾਤ ਹੈ ਅਨਹਦ ਨਾਦ। ਉੱਥੇ ਉਹ ਨਾਦ ਪ੍ਰਗਟ ਹੁੰਦਾ ਹੈ। ਉੱਥੇ ਸਾਨੂੰ ਉਹ ਕੁਦਰਤ ਦਾ ਹੁਕਮ ਜਿਹੜਾ ਨਾਮ ਬਾਣੀ ਵਿੱਚ ਕਿਹਾ, ਉਹ ਸੁਣਦਾ ਵਾ ਸਾਨੂੰ। ਕਹੀ ਨਾ ਜਾਈ ਜਿਨ੍ਹਾਂ ਨੂੰ ਸੁਣੀ ਗਈ, ਸਮਝੀ ਜਿਨ੍ਹਾਂ ਨੇ। ਅੱਜ ਆਪਣੇ ਕੋਲ ਗ੍ਰੰਥ ਸਾਹਿਬ ਮੌਜੂਦ ਹੈ। ਅਚਰਜ ਬਿਸ਼ਮਾਦ ਹੈ। ਬਿਸ਼ਮਾਦ ਹੁੰਦਾ ਜਿਹੜਾ ਆਪਾਂ ਬਿਆਨ ਨਾ ਕਰ ਸਕੀਏ। ਇਹ ਐਸੀ ਭਗਤੀ ਹੈ, ਗੂੰਗੇ ਗੁੜ ਖਾਇਆ ਕਿਆ ਕਹੀਏ। ਜੋ ਚਾਕ ਗੂੰਗਾ ਮੁਸਕਾਰੇ, ਸਤਿਗੁਰ ਸਮਝਾਉਂਦੇ ਨੇ। ਗੂੰਗਾ ਮੁਸਕਰਾਉਂਦਾ ਹੈ ਖਾ ਕੇ ਕੋਈ ਵੀ ਚੀਜ਼, ਚੰਗੀ ਲੱਗਦੀ ਹੈ ਉਹਨੂੰ, ਪਰ ਬਿਆਨ ਕਿਵੇਂ ਕਰੇ? ਇਵੇਂ ਬਿਆਨ ਤੋਂ ਪਰੇ ਹੈ। ਉਹ ਨਿਰਾਕਾਰ ਭਾਵ ਆਕਾਰ ਦੀ ਦੁਨੀਆ, ਆਕਾਰ ਤੋਂ ਰਹਿਤ। ਉੱਥੇ ਪਹੁੰਚਣਾ। ਨਿਰੰਕਾਰ ਕੇ ਦੇਸ਼ ਜਾਏ ਤਾਂ ਸੁਖ ਲਹੇ ਮਲ। ਮੰਦਬੁੱਧੀ ਪਿੱਛੇ ਵਿਚਾਰ ਸੀ ਪਿਛਲੀਆਂ ਮੱਤਾਂ ਦਾ, ਵੀ ਜਿਹੜੇ ਨੀਚ ਨੇ, ਨੀਚਾਂ ਦੇ ਵਿੱਚ ਬਹੁਤ ਕੁਛ ਲਿਖਤਾ। ਜਾਤੀਆਂ ਵੰਡਤੀਆਂ ਵੀ ਉਹ ਨਾਮ ਨਹੀਂ ਜਪ ਸਕਦੇ, ਨਹੀਂ ਪਾਈ। ਇਕਸ ਪਿਤਾ ਇਕਸ ਕੇ ਹਮ ਬਾਰਕ, ਮਾਨਸ ਕੀ ਜਾਤ ਸਭ ਇੱਕ ਪਹਿਚਾਨ। ਇੱਕ ਦੇ ਹਾਂ ਸਾਰੇ ਆਪਾਂ। ਸਰੀਰ ਕਰਕੇ ਵੱਖਰੇ ਹਾਂ, ਸੋਚ ਵੱਖਰੀ ਹੈ। ਜਦੋਂ ਵਿਚਾਰਧਾਰਾ ਨਾਲ ਆਪਾਂ ਗੁਰਮਤਿ ਨਾਲ ਜੋੜਦੇ ਹਾਂ, ਫਿਰ ਇੱਕ ਹੋ ਜਾਂਦੇ ਹਾਂ। ਅਸੀਂ ਸੰਸਾਰ ਦੇ ਵਿੱਚ ਇਕੱਠ ਬਹੁਤ ਕਰਦੇ ਹਾਂ, ਪਰ ਏਕਤਾ ਨਹੀਂ ਹੁੰਦੀ। ਅਨੇਕਤਾ ਦੇ ਵਿੱਚ ਏਕਤਾ ਕਦੇ ਵੀ ਨਹੀਂ ਹੁੰਦੀ। ਇਹ ਸੱਚਖੰਡ ਥੋੜ੍ਹੀ ਹੈ, ਸਤਿਯੁਗ ਥੋੜ੍ਹੀ ਹੈ ਭਾਈ ਇੱਥੇ ਏਕਤਾ ਹੋਊਗੀ। ਏਕਤਾ ਬਾਣੀ ਨੇ ਕਰਾਉਣੀ ਹੈ। ਉੱਥੇ ਏਕਤਾ ਅਨੇਕ ਹੈ, ਫਿਰ ਅਨੇਕ ਹੁੰਦੇ ਵੀ ਉੱਥੇ ਇੱਕ ਨੇ, ਇੱਥੇ ਨਹੀਂ ਹੈਗੇ। ਇੱਥੇ ਸਾਡੀ ਸੋਚ ਅਲੱਗ-ਅਲੱਗ ਰਹਿੰਦੀ ਹੈ, ਪਰ ਅਸੀਂ ਦਿਖਾਉਣਾ ਚਾਹੁੰਦੇ ਹਾਂ ਸੰਸਾਰ ਦੇ ਵਿੱਚ ਵੀ ਸਾਡੀ ਏਕਤਾ ਕਦੇ ਵੀ ਨਹੀਂ ਹੋ ਸਕਦੀ ਭਾਈ। ਏਕਤਾ ਹੋਣੀ ਹੈ ਆਪਣੀ ਗੁਰ ਕੇ ਚਰਨ ਬਾਣੀ ਨਾਲ ਜੋੜ ਕੇ। ਦੇਖ ਲਓ ਫਿਰ ਭਗਤ ਗੁਰੂ ਸਾਹਿਬਾਨਾਂ ਦਾ ਮਾਰਗ ਕਦ ਤੋਂ ਚੱਲਿਆ ਹੋਇਆ। ਸਾਰਿਆਂ ਦੀ ਇੱਕ ਗੱਲ ਹੈ, ਸਾਰੇ ਸੰਸਾਰ ਦਾ ਭਲਾ ਕਰ ਰਹੇ ਨੇ, ਪਰਉਪਕਾਰ ਕਰ ਰਹੇ ਨੇ। ਸਤਿਗੁਰ ਸਮਝਾਉਂਦੇ ਨੇ, ਮੰਦਬੁੱਧੀ ਵੀ ਹੋਵੇ, ਜੇ ਉਹਨੂੰ ਰੱਬੀ ਬਾਣੀ ਸੁਣ ਜਾਵੇ, ਉਹਦਾ ਦੁੱਖ ਪਾਪਾਂ ਭਾਵ ਦੁੱਖ ਸਾਗਰ ਸੰਸਾਰ 'ਚ ਉਹਦਾ ਛੁਟਕਾਰਾ ਹੁੰਦਾ ਹੈ। ਆਪਾਂ ਕਦੋਂ ਰੱਬੀ ਬਾਣੀ ਸੁਣਾਂਗੇ ਭਾਈ? ਫਿਰ ਆਪਾਂ ਵੀ ਤਾਂ ਸੁਣਨ ਆਏ ਹਾਂ। ਪਿਛਲੀਆਂ ਮੱਤਾਂ ਆਪਾਂ ਸਮਝ ਲਈਆਂ, ਸਤਿਗੁਰਾਂ ਨੇ ਜੋ ਸਮਝਾਇਆ ਆਪਾਂ ਨੂੰ, ਪਰ ਆਪਣਾ ਵੀ ਤਾਂ ਉਹੀ ਹਾਲ ਹੈ ਜੋ ਸਾਨੂੰ ਗੁਰੂ ਭਗਤ ਸਾਹਿਬਾਨਾਂ ਨੇ ਸਮਝਾਇਆ। ਉਹ ਤਾਂ ਅਸੀਂ ਚੱਲਦੇ ਹੀ ਨਹੀਂ ਹੈਗੇ। ਅਸੀਂ ਦੂਜਿਆਂ ਨੂੰ ਉਪਦੇਸ਼ ਕਰਦੇ ਹਾਂ। ਕਬੀਰ ਔਰੋਂ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖਤੇ ਖਾਇਆ ਕਰ ਕਾ ਖੇਤ। ਫਿਰ ਵੱਡੇ ਵੱਡੇ ਸਾਡੇ ਅੰਦਰ ਭਰਮ ਪੈਦਾ ਹੋ ਜਾਂਦੇ ਨੇ। ਫਿਰ ਮਹਿੰਗੇ ਵਸਤਰ ਪਾ ਕੇ ਅਸੀਂ ਦੁਨੀਆ 'ਚ ਵਡਿਆਈ ਚਾਹੁੰਦੇ ਹਾਂ, ਫਿਰ ਕਾਲ ਲੈ ਜਾਂਦਾ। ਇਹਦੇ ਬਾਰੇ ਭਗਤ ਕਬੀਰ ਜੀ ਕੀ ਸਮਝਾਉਂਦੇ ਨੇ? ਕਬੀਰ ਉਜਲ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ। ਬੱਧੇ ਜੰਪਰ, ਸਾਰਿਆਂ ਨੂੰ ਜੰਮ ਬਣ ਕੇ ਲੈ ਜਾਂਦਾ।
ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬੜਾਨੀ ਰੇ। ਫਿਰ ਕਾਲ ਨੇ ਨਹੀਂ ਛੱਡਣਾ ਭਾਈ ਆਪਾਂ ਨੂੰ, ਚਾਹੇ ਰਾਜਾ ਬਣ ਜੀ ਆਪਾਂ, ਚਾਹੇ ਭਿਖਾਰੀ ਰਹੀਏ ਸੰਸਾਰ 'ਚ, ਕਿੱਡੇ ਵੀ ਰੁਤਬੇ ਪ੍ਰਾਪਤ ਕਰ ਲਈਏ, ਪਰ ਕਾਲ ਤਾਂ ਚਪੇੜ ਬਰਾਬਰ ਹੀ ਮਾਰਦਾ। ਆਪਾਂ ਰੱਬੀ ਬਾਣੀ ਕਦੋਂ ਸੁਣਾਂਗੇ? ਆਓ ਆਪਾਂ ਇਹ ਵਿਚਾਰਧਾਰਾ ਨਾਲ ਜੁੜੀਏ, ਆਪਾਂ ਨੂੰ ਸੁਣਨੀ ਹੈ। ਇਹ ਅਵਸਥਾ ਨੇ ਆਤਮਾ ਦੇ, ਆਪਾਂ ਇਹ ਵਿਚਾਰਧਾਰਾ ਨਾਲ ਰੋਜ਼ ਜੁੜਨਾ। ਸਰਜਾਮ ਲਾਗ ਭਵਜਲ ਤਰਨ ਕੇ, ਜੇ ਕਿਸੇ ਨੇ ਤਰਨਾ ਤਾਂ ਗੁਰ ਕੇ ਚਰਨ ਬਾਣੀ ਨਾਲ ਆਪਾਂ ਜੁੜੀਏ। ਚਾਰ ਪਦਾਰਥ ਜੀ ਕੋ ਮੰਗੇ, ਸਾਧ ਜਨਾ ਕੀ ਸੇਵਾ ਲੱਗੇ। ਚਾਰ ਪਦਾਰਥਾਂ ਦੀ ਭਾਈ ਆਪਾਂ ਪ੍ਰਾਪਤੀ ਕਰਨੀ ਹੈ, ਇਹ ਸਾਧ ਜਨਾਂ ਦੀ ਬਾਣੀ ਹੈ। ਪਹਿਲਾ ਪਦਾਰਥ ਆਪਣਾ ਗਿਆਨ, ਗੁਰ ਸ਼ਬਦ ਦੇ ਵਿਚਾਰਧਾਰਾ 'ਚੋਂ ਆਪਾਂ ਨੂੰ ਗਿਆਨ ਪੈਦਾ ਹੋਣਾ। ਫਿਰ ਗਿਆਨ ਨਾਲ ਮਨ ਨੇ ਸੰਤੋਖ ਦੇ ਵਿੱਚ ਆ ਜਾਣਾ, ਮਾਇਆ ਤੋਂ ਮੁਕਤੀ ਮਿਲ ਜਾਣੀ ਹੈ ਸਾਨੂੰ। ਇਹ 'ਚ ਗੁਰ ਸ਼ਬਦ 'ਚ ਇੰਨੀ ਸ਼ਕਤੀ ਹੈ, ਸਾਡਾ ਮੋਹ ਦਾ ਜਾਲ ਕੱਟ ਦਿੰਦਾ ਹੈ ਗੁਰ ਸ਼ਬਦ ਦਾ ਗਿਆਨ। ਦੂਜਾ ਪਦਾਰਥ ਆਪਣਾ ਮੁਕਤੀ, ਸੰਸਾਰ 'ਚੋਂ ਛੁਟਕਾਰਾ। ਫਿਰ ਧਿਆਨ ਕਰਕੇ ਅਸੀਂ ਦੇਵਲੋਕ ਚਲੇ ਜਾਂਦੇ ਹਾਂ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ। ਧਿਆਨ ਦੁਨੀਆ ਚੱਲ ਕੇ ਉੱਥੇ ਫਿਰ ਨਾਮ ਦਾ ਦਰਸ਼ਨ ਹੋਣਾ ਆਪਾਂ ਆਤਮਾ ਕਰਕੇ। ਫਿਰ ਜਦੋਂ 'ਚ ਲੈ ਹੁੰਦੇ ਹਾਂ, ਚੌਥਾ ਉਹ ਜਨਮ ਸੱਚਖੰਡ ਦੇ ਵਾਸੀ ਬਣ ਜਾਂਦੇ ਹਾਂ। ਆਪਾਂ ਨੂੰ ਰੱਬੀ ਬਾਣੀ ਉਸ ਅਵਸਥਾ ਜਾ ਕੇ ਸੁਣਨੀ ਹੈ ਜਦੋਂ ਮਾਇਆ ਦਾ ਤਿਆਗ ਹੋਣਾ। ਆਸਾ ਕੀ ਵਾਰ ਸਤਿਗੁਰਾਂ ਨੇ ਸਮਝਾਇਆ, ਸੇਵ ਕੀਤੀ ਸੰਤੋਖੀ, ਜਿਨ ਸੱਚੋ ਸੱਚ ਧਿਆਇਆ, ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕਿਰਤ ਧਰਮ ਕਮਾਏ। ਸੁਕਿਰਤ ਧਰਮ ਹੈ ਭਾਈ, ਇਹਦੇ ਨਾਲ ਜੁੜਨਾ। ਆਓ ਸਾਰੇ ਮਿਲ ਕੇ ਵਿਚਾਰਧਾਰਾ ਨਾਲ ਜੁੜੀਏ, ਆਪਾਂ ਵੀ ਇਹ ਪ੍ਰਾਪਤੀ ਕਰੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ, ਸਾਨੂੰ ਵੀ ਉਹ ਰੱਬੀ ਬਾਣੀ ਸੁਣੇ ਜਿਹੜੀ ਬਿਨਾਂ ਕੰਨਾਂ ਤੋਂ ਸੁਣਨ ਵਾਲੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।